ਪਹਿਲਾਂ ਹੈਲਥ ਤੇ ਗੱਲਬਾਤ ਅਸੀਂ ਕਰ ਚੁੱਕੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਮੈਡੀਕਲ ਸਾਇੰਸ ਹੈ ਉਹ ਖਿਡਾਰੀਆਂ ਦੀ ਪਰਫਾਰਮੈਂਸ ਜਾਂ ਉਹਨਾਂ ਦੀ ਜਿਹੜੀ ਹੈਲਥ ਹੈ ਉਹਨੂੰ ਜ਼ਿਆਦਾ ਬਿਹਤਰ ਬਣਾ ਸਕਦੀ ਹੈ ਜਾਂ ਜਿਸ ਤਰੀਕੇ ਦੇ ਨਾਲ ਜਿਹੜੀ ਮੈਡੀਕਲ ਸਾਇੰਸ ਹੈ ਉਹ ਹੈਲਪ ਕਰ ਸਕਦੀ ਹੈ ਕਿਉਂਕਿ ਖਿਡਾਰੀਆਂ ਦੇ ਲਈ ਬੜਾ ਜ਼ਰੂਰੀ ਹੈ ਅੱਜ ਦਾ ਜਿਹੜਾ ਦੌਰ ਹੈ ਜਦੋਂ ਸਟ੍ਰੈਸ ਦਾ ਦੌਰ ਹੈ ਡਿਪਰੈਸ਼ਨ ਦਾ ਦੌਰ ਹੈ ਔਰ ਬਹੁਤ ਸਿਰ ਤੋੜ ਜਿਹੜਾ ਕੰਪੀਟੀਸ਼ਨ ਦਾ ਦੌਰ ਹੈ ਇਸ ਦੌਰ ਦੇ ਵਿੱਚ ਕਿਸੇ ਵੀ ਖਿਡਾਰੀ ਦੇ ਲਈ ਫਿਟ ਰਹਿਣਾ ਆਪਣੀ ਜਿਹੜੀ ਹੈਲਥ ਹੈ ਉਹਨੂੰ ਬਿਲਕੁਲ ਚਾਕ ਚੌਬੰਦ ਰੱਖਣਾ ਇਹ ਬਹੁਤ ਜ਼ਰੂਰੀ ਹੈ ਔਰ ਇਹ ਚੈਲੰਜਿੰਗ ਵੀ ਅੱਜ ਦੇ ਟਾਈਮ ਦੇ ਵਿੱਚ ਤਾਂ ਕੀ ਸਾਡੀਆਂ ਜਿਹੜੀਆਂ ਮੈਡੀਕਲ ਸੁਵਿਧਾਵਾਂ ਨੇ ਸਹੂਲਤਾਂ ਨੇ ਉਹ ਉਨੀਆਂ ਡਿਵੈਲਪ ਹੋ ਸਕੀਆਂ ਕਿ ਜੇ ਅੱਜ ਕਿਸੇ ਨੂੰ ਇੰਜਰੀ ਛੋਟੀ ਮੋਟੀ ਸਾਡੇ ਪਲੇਅਰ ਨੂੰ ਆ ਜਾਂਦੀ ਹੈ ਚਾਹੇ ਇਨਸਾਈਡ ਦਾ ਗਰਾਊਂਡ ਹੈ ਚਾਹੇ ਆਊਟਸਾਈਡ ਹੈ ਤਾਂ ਅਸੀਂ ਉਹਨਾਂ ਦੀ ਕਿਸ ਤਰੀਕੇ ਦੇ ਨਾਲ ਹੈਲਪ ਕਰ ਸਕਦੇ ਹਾਂ ਜਾਂ ਕਿਵੇਂ ਉਹਨਾਂ ਨੂੰ ਸਾਂਭ ਸੰਭਾਲ ਕਰ ਸਕਦੇ ਹਾਂ ਇਹਦੇ 'ਤੇ ਗੱਲਬਾਤ ਹੋਈ ਹੈ। ਉਸ ਤੋਂ ਬਾਅਦ ਫਿਰ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਉਹ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਗਵਰਨਮੈਂਟ ਹੈ ਉਹ ਹੈਲਪ ਕਰ ਰਹੀ ਹੈ ਪਲੇਅਰਸ ਦੀ ਔਰ ਕਿਸ ਤਰੀਕੇ ਦੇ ਨਾਲ ਜਿਹੜੇ ਸਾਡੇ ਐਜੂਕੇਸ਼ਨਲ ਇੰਸਟੀਟਿਊਟਸ ਨੇ ਜਾਂ ਸਾਡੇ ਸਪੋਰਟਸ ਇੰਸਟੀਟਿਊਟ ਨੇ ਉਹਨਾਂ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਜਿਹੜੇ ਵਧੀਆ ਪਲੇਅਰ ਆ ਅਸੀਂ ਪੈਦਾ ਕਰਨੇ ਆ ਕਿਵੇਂ ਦੀਆਂ ਉੱਥੇ ਇਨਫਰਾਸਟਰਕਚਰ ਹੈ ਕਿਵੇਂ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। ਇਸ ਵਾਰ ਨੋ ਡਾਊਟ ਨਿਤਿਕਾ ਟੋਕੀਓ ਓਲੰਪਿਕਸ ਦੇ ਵਿੱਚ ਜਿਹੜੀ ਖੜੋਤ 40 ਸਾਲ ਦੀ ਸੀ ਉਹ ਤੋੜੀ ਹੈ ਮੁੰਡਿਆਂ ਨੇ ਖਾਸ ਕਰਕੇ ਕੁੜੀਆਂ ਨੇ ਵੀ ਬਹੁਤ ਅੱਛਾ ਹਾਕੀ ਦੇ ਵਿੱਚ ਪਰਫਾਰਮ ਕੀਤਾ ਹੈ ਚਾਹੇ ਡਿਸਕਸ ਥਰੋ ਦੀ ਗੱਲ ਕਰ ਲਈਏ ਚਾਹੇ ਤਜਿੰਦਰਪਾਲ ਦੀ ਸ਼ਾਟ ਪੁੱਟ ਦੀ ਗੱਲ ਕਰ ਲਈਏ ਮਤਲਬ ਬਹੁਤ ਸਾਰੇ ਪਲੇਅਰਸ ਹੈ ਪੰਜਾਬ ਦੇ ਜਿਨ੍ਹਾਂ ਨੇ ਆਪਣਾ ਨਾਂ ਦਰਜ ਕਰਾਇਆ ਹੈ ਇੰਟਰਨੈਸ਼ਨਲ ਲੈਵਲ 'ਤੇ ਔਰ ਹੁਣ ਇਹਨਾਂ ਪਲੇਅਰਸ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਇਹਨਾਂ ਵਰਗੇ ਹੋਰ ਪਲੇਅਰਸ ਕਿਵੇਂ ਪੈਦਾ ਕਰਨੇ ਹੈ ਉਹ ਸਾਡੇ ਜਿਹੜੇ ਸਪੋਰਟਸ ਇੰਸਟੀਟਿਊਟ ਨੇ ਉਹਨਾਂ 'ਤੇ ਡਿਪੈਂਡ ਕਰਦਾ ਹੈ ਸਾਡੀ ਗਵਰਨਮੈਂਟ ਦੇ ਵੱਲੋਂ ਦਿੱਤੇ ਜਾਂਦੇ ਇਨਫਰਾਸਟਰਕਚਰ 'ਤੇ ਡਿਪੈਂਡ ਕਰਦਾ ਹੈ ਇਸੇ 'ਤੇ ਹੀ ਹੈ ਜਿਹੜੀ ਗੱਲਬਾਤ ਅਸੀਂ ਕਰਾਂਗੇ ਔਰ ਸਾਡੇ ਨਾਲ ਇੱਕ ਖਾਸ ਪੈਨਲ ਹੈ ਜਿਹੜਾ ਮੌਜੂਦ ਰਹੇਗਾ ਪ੍ਰਿੰਸੀਪਲ ਸੈਕਟਰੀ ਸਪੋਰਟਸ ਰਾਜਕਮਲ ਚੌਧਰੀ ਜੀ ਉਹ ਸਾਡੇ ਨਾਲ ਮੌਜੂਦ ਰਹਿਣਗੇ ਇਸ ਤੋਂ ਇਲਾਵਾ ਡਾਇਰੈਕਟਰ ਸਪੋਰਟਸ DPS ਖਰਬੰਦਾ ਜੀ ਸਾਡੇ ਨਾਲ ਮੌਜੂਦ ਰਹਿਣਗੇ ਅਤੇ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ ਜਗਬੀਰ ਸਿੰਘ ਚੀਮਾ ਰਿਟਾਇਰਡ ਉਹ ਵੀ ਸਾਡੇ ਨਾਲ ਮੌਜੂਦ ਰਹਿਣਗੇ। ਸਭ ਨੂੰ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਸਟੇਜ 'ਤੇ ਆ ਜਾਓ ਕਿਉਂਕਿ ਸਪੋਰਟਸ ਨੂੰ ਤੁਸੀਂ ਅੱਗੇ ਲੈ ਕੇ ਜਾਣਾ ਹੈ ਜ਼ਿੰਮੇਵਾਰੀ ਜਿਹੜੀ ਹੈ ਤੁਹਾਡੇ ਮੋਢਿਆਂ 'ਤੇ ਹੈ। ਜਗਬੀਰ ਚੀਮਾ ਜੀ ਵੀ ਸਾਡੇ ਨਾਲ ਥੋੜ੍ਹੀ ਦੇਰ 'ਚ ਜੁੜਨਗੇ ਅਤੇ ਇਸ ਦੇ ਨਾਲ ਹੀ ਰਾਜਕਮਲ ਚੌਧਰੀ ਸਰ ਦੇ ਨਾਲ ਡਿਸਕਸ਼ਨ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸਪੋਰਟਸ ਪੋਲਿਸੀ ਦੀ ਗੱਲ ਕਰਦੇ ਹਾਂ ਕਿਉਂਕਿ ਪੰਜਾਬ ਦੀ ਸਪੋਰਟਸ ਪੋਲਿਸੀ ਦੀਆਂ ਜਿੱਥੇ ਤਾਰੀਫਾਂ ਵੀ ਹੁੰਦੀਆਂ ਨੇ ਉੱਥੇ ਹੀ ਕਈ ਸਵਾਲ ਜਿਹੜੇ ਨੇ ਉਹ ਵੀ ਚੁੱਕੇ ਜਾਂਦੇ ਨੇ ਪਰ ਇਸ ਵਾਰ ਜਿਹੜੀ ਸਪੋਰਟਸ ਪੋਲਿਸੀ ਤਿਆਰ ਕੀਤੀ ਗਈ ਹੈ ਉਹਦੇ ਵਿੱਚ ਕਿੰਨਾ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਹੈ ਨਾਲ ਹੀ ਉਹਦੇ ਵਿੱਚ ਜੇ ਕੋਈ ਬਦਲਾਅ ਕੀਤੇ ਜਾਣੇ ਕੀ ਕੁਝ ਬਦਲਾਅ ਇਹਦੇ ਵਿੱਚ ਚੌਧਰੀ ਸਰ ਕੀਤੇ ਜਾਣਗੇ। ਮੈਂ ਅੱਜ ਇੱਥੇ ਇਸ ਕੌਂਕਲੇਵ ਵਿੱਚ ਹਾਜ਼ਰ ਹੋ ਕੇ ਬਹੁਤ ਖੁਸ਼ੀ ਪ੍ਰਤੀਤ ਕਰਦਾ ਹਾਂ ਸਾਡੇ ਜਿੰਨੇ ਵੀ ਓਲੰਪੀਅਨਸ ਹੈਗੇ ਆ ਔਰ ਜਿਹੜੇ ਸਪੋਰਟਸ ਲਵਰਸ ਹੈਗੇ ਆ ਉਹ ਇਸ ਕੌਂਕਲੇਵ ਨੂੰ ਦੇਖ ਵੀ ਰਹੇ ਹੈਗੇ ਆ ਉਹਨਾਂ ਵਿੱਚ ਸਪੋਰਟਸ ਡਿਪਾਰਟਮੈਂਟ ਵੱਲੋਂ ਜਿਹੜੇ ਕੰਮ ਕੀਤੇ ਜਾ ਰਹੇ ਹਨ ਉਹਨਾਂ ਨੂੰ ਪਬਲਿਕ ਤੱਕ ਪਹੁੰਚਾਉਣ ਵਾਸਤੇ ਬਹੁਤ ਆਰਗੇਨਾਈਜ਼ਰਸ ਦਾ ਧੰਨਵਾਦ। ਸਪੋਰਟਸ ਡਿਪਾਰਟਮੈਂਟ ਵੱਲੋਂ 2018 ਵਿੱਚ ਸਪੋਰਟਸ ਪਾਲਿਸੀ ਤਿਆਰ ਕੀਤੀ ਗਈ ਹੈ ਇਹ ਕਾਫੀ ਕੰਪਰੀਹੈਂਸਿਵ ਸਪੋਰਟਸ ਪਾਲਿਸੀ ਹੈ ਇਹਦੇ ਵਿੱਚ ਦੋ ਤਿੰਨ ਗੱਲਾਂ ਦਾ ਖਾਸ ਧਿਆਨ ਰੱਖਿਆ ਗਿਆ ਹੈਗਾ ਇੱਕ ਤਾਂ ਜਿਹੜਾ ਸਪੋਰਟਸ ਹੈਗਾ ਜਿਹੜਾ ਸਪੋਰਟਸਮੈਨ ਹੈਗਾ ਇੱਕ ਤਾਂ ਉਹਦੀ ਆਈਡੈਂਟੀਫਿਕੇਸ਼ਨ ਕਿਸ ਤਰ੍ਹਾਂ ਹੁੰਦੀ ਹੈ ਔਰ ਉਸ ਤੋਂ ਬਾਅਦ ਉਹਨੂੰ ਸਹੀ ਤਰੀਕੇ ਨਾਲ ਟ੍ਰੇਨਿੰਗ ਕਿਸ ਤਰ੍ਹਾਂ ਦੇਣੀ ਹੈ ਜਿਸ ਤਰ੍ਹਾਂ ਤੁਸੀਂ ਪਹਿਲੇ ਦੱਸਿਆ ਕਿ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਵੀ ਹੈ ਸਾਡੇ ਹਰੇਕ ਜ਼ਿਲ੍ਹੇ ਵਿੱਚ ਡਿਸਟ੍ਰਿਕਟ ਸਪੋਰਟਸ ਆਫਿਸਰਸ ਹੈਗੇ ਆ ਔਰ ਜਿੰਨੇ ਵੀ ਸਪੋਰਟਸ ਹੈਗੇ ਵਾਲੀਬਾਲ ਬਾਸਕਟਬਾਲ ਐਟਸੈਟਰਾ ਉਹ ਸਾਰਿਆਂ ਦੇ ਕੋਚਿਸ ਵੀ ਸਾਡੇ ਕੋਲ ਮੌਜੂਦ ਹੈਗੇ ਆ ਸੋ ਇੱਕ ਤਾਂ ਆਈਡੈਂਟੀਫਿਕੇਸ਼ਨ ਥਰੂ ਅ ਪ੍ਰੋਪਰ ਸਿਸਟਮ ਜਿਹੜਾ ਸਾਡਾ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਹੈਗਾ ਉਹਦੇ 12 ਸੈਂਟਰਸ ਆਫ ਐਕਸਲੈਂਸ ਥਰੂ ਆਊਟ ਦ ਸਟੇਟ ਹੈਗੇ ਆ ਇਹ ਜਿਹੜੇ 12 ਸੈਂਟਰਸ ਹੈਗੇ ਇਹਨਾਂ ਵਿੱਚ ਈਵਨ ਹੋਸਟਲ ਦੀ ਫੈਸਿਲਿਟੀ ਉਪਲਬਧ ਹੈਗੀ ਹੈ ਸੋ ਅਸੀਂ ਆਈਡੈਂਟੀਫਾਈ ਕਰਦੇ ਹਾਂ ਤਕਰੀਬਨ ਐਵਰੀ ਈਅਰ ਇਨ ਦ ਮੰਥ ਆਫ ਅਬਾਊਟ ਫੈਬਰਰੀ we identify these budding sports persons ਔਰ ਯੰਗ ਲੈ ਕੇ ਫਿਰ ਉਹਨਾਂ ਨੂੰ ਅਸੀਂ ਟ੍ਰੇਨਿੰਗ ਐਂਡ ਐਜੂਕੇਸ਼ਨ ਵਗੈਰਾ ਇਹਨਾਂ ਹੋਸਟਲ ਐਂਡ ਸੈਂਟਰਸ ਆਫ ਐਕਸਲੈਂਸ ਵਿੱਚ ਦਿੰਦੇ ਹੈਗੇ ਆ ਸੋ ਬਟ ਨਾਓ ਸਪੋਰਟਸ ਜਿਹੜੀ ਹੈਗੀ ਬਹੁਤ ਇੱਕ ਕੰਪੀਟੀਟਿਵ ਚੀਜ਼ ਬਣ ਗਈ ਹੈ ਇੰਡੀਵਿਜੂਅਲ ਬ੍ਰਿਲੀਅੰਸ ਜਿਹੜੀ ਹੈਗੀ ਹੈ ਔਰ ਜਿਹਨੂੰ ਅਸੀਂ ਕਹਿੰਦੇ ਨਾ ਮਿਹਨਤ ਕਰੋ ਬੇਟੇ ਮਿਹਨਤ ਕਰੋ ਮਿਹਨਤ ਤਾਂ ਕਰਨਾ ਪੈਂਦਾ ਹੀ ਹੈ ਔਰ ਮਿਹਨਤ ਦੇ ਨਾਲ ਤੁਹਾਨੂੰ ਨੈਚੁਰਲੀ ਫਲ ਤਾਂ ਮਿਹਨਤ ਦੇ ਨਾਲ ਹੀ ਮਿਲੇਗਾ ਪਰੰਤੂ ਕਿਉਂਕਿ ਇੰਨਾ ਕੰਪੀਟੀਟਿਵ ਸਪੋਰਟਸ ਹੈ ਉੱਥੇ ਤਾਂ ਈਵਨ 2-2 ਮਿਲੀਮੀਟਰ ਨਾਲ ਵੀ ਅੱਗੇ ਪਿੱਛੇ ਗੋਲਡ ਐਂਡ ਸਿਲਵਰ ਦਾ ਫਰਕ ਪੈ ਜਾਂਦਾ ਹੈਗਾ
ਜਿਹੜਾ ਸਪੋਰਟਸ ਇਨਫਰਾਸਟ੍ਰਕਚਰ ਹੈ ਔਰ ਜਿਹੜਾ ਸਪੋਰਟਸ ਇਕਵਿਪਮੈਂਟਸ ਇੰਟਰਨੈਸ਼ਨਲ ਲੈਵਲ ਦੇ ਉਸ ਨੂੰ ਵੀ ਮੁਹੱਈਆ ਕਰਵਾਉਣ ਵਾਸਤੇ ਸਪੋਰਟਸ ਡਿਪਾਰਟਮੈਂਟ ਕਾਰਵਾਈ ਕਰ ਰਿਹਾ ਹੈਗਾ ਔਰ ਅਸੀਂ ਪਿੱਛੇ ਹੀ ਤਕਰੀਬਨ 1 ਕਰੋੜ ਰੁਪਏ ਦੇ ਜਿਹੜੇ ਨਵੇਂ ਇੰਸਟਰੂਮੈਂਟਸ ਹੈਗੇ ਆ ਔਰ ਸਪੋਰਟਿੰਗ ਇਕਵਿਪਮੈਂਟਸ ਜਿਹੜੇ ਹੈਗੇ ਆ ਜੈਵਲਿਨ ਸ਼ਾਰਟ ਪੁੱਟ ਇੰਟਰਨੈਸ਼ਨਲ ਲੈਵਲ ਦੇ ਈਵਨ ਆਰਚਰੀ ਵਾਸਤੇ ਅਸੀਂ ਸਪੋਰਟਸ ਸੈਂਟਰਾਂ ਵਿੱਚ ਰੱਖੇ ਹੋਏ ਆ ਤਾਂ ਕਿ ਸਪੋਰਟਸਮੈਨ ਜਿਹੜਾ ਹੈਗਾ ਉਹ ਜਦੋਂ ਟ੍ਰੇਨਿੰਗ ਕਰੇਗਾ ਜਾਂ ਕਰੇਗੀ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਔਰ ਵਧੀਆ ਤੋਂ ਵਧੀਆ ਜਿਹੜਾ ਇਕਵਿਪਮੈਂਟ ਦੇ ਉੱਤੇ ਟ੍ਰੇਨਿੰਗ ਕਰਨ ਵਾਸਤੇ ਹੈ। ਜਿਹੜੇ ਇੱਥੇ ਬੈਠੇ ਸਪੋਰਟਸਮੈਨ ਸਾਡੇ ਬਹੁਤ ਵੱਡੇ ਤਾਦਾਦ ਵਿੱਚ ਵੀ ਹੈਗੇ ਆ ਔਰ ਸੁਣ ਵੀ ਰਹੇ ਹੈਗੇ ਆ। ਜੇਕਰ ਤੁਹਾਨੂੰ ਕਿਸੇ ਸਟੇਜ ਤੇ ਲੱਗਦਾ ਹੈਗਾ ਕਿ ਪੰਜਾਬ ਦੇ ਵਿੱਚ ਕਿਸੇ ਕੋਚਿੰਗ ਸੈਂਟਰ ਜਾਂ ਸੈਂਟਰ ਆਫ ਐਕਸਲੈਂਸ ਵਿੱਚ ਕਿਸੇ ਇਕਵਿਪਮੈਂਟ ਦੀ ਕਮੀ ਹੈ ਤਾਂ ਤੁਸੀਂ ਮੈਨੂੰ ਜਾਂ ਆਪਣੇ ਡਾਇਰੈਕਟਰ ਸਾਹਿਬ ਨੂੰ ਤੁਸੀਂ ਤੁਰੰਤ ਦੱਸੋ, ਅਸੀਂ ਤੁਹਾਨੂੰ ਉਹ ਵੀ ਜਿਹੜਾ ਇਕਵਿਪਮੈਂਟ ਆ ਮੁਹੱਈਆ ਕਰਵਾਵਾਂਗੇ। ਸੋ ਇੱਕ ਤਾਂ ਇਹ ਹੈਗੀ ਹੈ ਕਿ ਅਸੀਂ ਕਿੱਦਾਂ ਆਈਡੈਂਟੀਫਾਈ ਕਰਦੇ, ਕਿੱਦਾਂ ਇਹਨਾਂ ਨੂੰ ਟ੍ਰੇਨਿੰਗ ਵਗੈਰਾ ਦਿੰਦੇ ਹੈਗੇ, ਉਹ ਸਾਰਾ ਸਪੋਰਟਸ ਪਾਲਿਸੀ ਵਿੱਚ ਹੈਗਾ। ਦੂਸਰੀ ਗੱਲ ਸਪੋਰਟਸ ਪਾਲਿਸੀ ਵਿੱਚ ਇੱਕ ਬੜੀ ਅਸੀਂ ਇੱਕ ਨਾ ਆਪਣੇ ਵਾਸਤੇ ਇੱਕ ਟਾਰਗੇਟ ਸੈੱਟ ਕੀਤਾ ਹੋਇਆ। ਉਹ ਟਾਰਗੇਟ ਇਹ ਹੈ ਕਿ ਹਰੇਕ ਸਾਲ ਅਸੀਂ 20,000 ਬੱਚੇ ਜਿਹੜੇ ਹੈਗੇ ਆ ਨਵੇਂ ਬੱਚੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਸਪੋਰਟਸ ਵੱਲ ਉਹਨਾਂ ਨੂੰ ਪ੍ਰਕਾਸ਼ਿਤ ਕਰਨਾ ਹੈਗਾ। ਸੋ ਦੈਟ ਇਜ਼ ਆਲਸੋ ਅ ਵੈਰੀ ਇੰਪੋਰਟੈਂਟ ਥਿੰਗ। ਨਾਓ ਇਹ ਗੱਲ ਜ਼ਰੂਰ ਹੈਗੀ ਹੈ ਕਿ ਹਰੇਕ ਪਾਲਿਸੀ ਜਿਹੜੀ ਹੈਗੀ ਹੈ ਉਹ ਜਦੋਂ ਬਣਦੀ ਹੈ ਉਹਦੇ ਵਿੱਚ ਨਵੀਆਂ ਚੀਜ਼ਾਂ ਐਡ ਹੋਣ ਵਾਲੀਆਂ ਹੁੰਦੀਆਂ ਹਨ। ਮੈਂ ਨਹੀਂ ਕਹਿੰਦਾ ਕਿ ਕੋਈ ਪਾਲਿਸੀ ਜਾਂ ਸਾਡੀ ਪਾਲਿਸੀ ਵੀ ਕੋਈ ਐਗਜ਼ੈਕਟ ਜਾਂ ਪਰਫੈਕਟ ਸਾਇੰਸ ਹੈਗਾ। So there are always things and always requirements and needs of the time which have to be taken care of, and that comes from the feedback from the players and from the coaches and so many other people. So that is something which we will always take care of. ਜੀ Sports policy which ਜਿਹੜੀ ਹੈਗੀ ਹੈ infrastructure ਦੇ ਉੱਤੇ ਬਹੁਤ ਜ਼ੋਰ ਲਗਾਇਆ ਗਿਆ ਹੈ। The infrastructure has to be world class. ਅੱਛਾ, ਇਸ ਵਾਰ ਕੀ ਰਾਜ਼ ਰਿਹਾ ਸਰ? ਇਸ ਵਾਰ ਕਿਉਂਕਿ 올림픽ਸ ਦੇ ਵਿੱਚ ਪੰਜਾਬ ਨੇ ਬਹੁਤ ਅੱਛਾ ਪਰਫਾਰਮ ਕੀਤਾ। ਹਾਕੀ ਦੇ ਵਿੱਚ ਤਾਂ ਖਾਸ ਕਰਕੇ ਜਿਹੜਾ 75% ਜਿਹੜਾ ਹਿੱਸਾ ਸੀਗਾ ਉਹ ਪੰਜਾਬੀਆਂ ਦਾ ਸੀ, ਤਾਂ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਐਜ਼ ਅ ਪੰਜਾਬੀ। ਤਾਂ ਇਸ ਵਾਰ ਕੀ ਇਸ ਤਰ੍ਹਾਂ ਦਾ ਕੀਤਾ ਕਿ ਮਤਲਬ ਪੰਜਾਬ ਖਾਸ ਕਰਕੇ ਚਮਕ ਗਿਆ? ਪੂਰੀ ਜਿਹੜੀ ਫਲੀਟ ਸੀ, ਇੰਡੀਅਨ ਫਲੀਟ ਸੀ, ਉਹਦੇ ਵਿੱਚ ਪੰਜਾਬ ਚਮਕਿਆ ਹੋਇਆ ਦਿਖਾਈ ਦਿੱਤਾ। ਮੈਂ ਤਾਂ ਕਹਿਣਾ ਚਾਹਾਂਗਾ ਕਿ ਸਪੋਰਟਸ ਡਿਪਾਰਟਮੈਂਟ ਕਰਕੇ ਹੋਇਆ ਹੈ, ਪਰੰਤੂ ਅਸੀਂ ਇੱਕ ਪ੍ਰੈਕਟੀਕਲੀ ਸੋਚਿਆ ਜਾਵੇ, ਇੱਕ ਦੇਖੋ ਸਾਡੇ ਸਪੋਰਟਸ ਪਰਸਨਸ ਪੰਜਾਬ ਦੇ ਉਹ ਹਮੇਸ਼ਾ ਵਧੀਆ ਖੇਲਦੇ ਰਹੇ ਆ। ਦਿਸ ਇਜ਼ ਵੈਰੀ ਇੰਪੋਰਟੈਂਟ ਟੂ ਨੋਟ। 2018 ਵਿੱਚ ਜਦੋਂ ਜਕਾਰਤਾ ਵਿੱਚ ਏਸ਼ੀਅਨ ਗੇਮਸ ਹੋਏ ਸੀ ਉੱਥੇ ਔਰ ਉਸ ਤੋਂ ਬਾਅਦ ਜਿਹੜੇ ਖੇਲੋ ਇੰਡੀਆ ਵਿੱਚ ਵੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਸਾਡੇ ਪੰਜਾਬ ਦੇ ਜਿਹੜੇ ਮੁੰਡੇ ਕੁੜੀ ਹੈਗੇ ਆ ਬਹੁਤ ਸਾਰੇ ਮੈਡਲ ਜਿੱਤ ਕੇ ਆਉਂਦੇ ਆ। 올림픽ਸ ਇੱਕ ਇਸ ਤਰ੍ਹਾਂ ਦਾ ਕਿਉਂਕਿ ਇੰਟਰਨੈਸ਼ਨਲ ਲੈਵਲ ਦਾ ਹੈ। ਇਹ ਸਭ ਦਿਸ ਇਜ਼ ਸਮਥਿੰਗ ਈਵਨ ਬਿਯੋਂਡ ਏਸ਼ੀਅਨ, ਦਿਸ ਇਜ਼ ਸਮਥਿੰਗ ਈਵਨ ਬਿਯੋਂਡ ਕਾਮਨਵੈਲਥ। ਆਈ ਥਿੰਕ ਇਟ ਇਜ਼ ਦੀ ਕਲੈਕਟਿਵ ਜਿਹੜੀ ਮਨਸ਼ਾ ਹੈਗੀ ਹੈ ਪਬਲਿਕ ਦੀ, ਪੰਜਾਬ ਦੀ, ਕਿ ਜਦੋਂ ਅਸੀਂ ਇਹਨਾਂ ਨੂੰ ਉੱਥੇ ਦੇਖਦੇ ਹਾਂ ਤਾਂ ਅਸੀਂ ਇਹਨਾਂ ਨੂੰ ਈਵਨ ਸਾਡੇ ਜਿਹੜੇ ਮੰਤਰੀ ਸਾਹਿਬ ਸੀਗੇ ਜਦੋਂ ਇਹਨਾਂ ਨੇ ਖੇਲਣਾ ਸੀਗਾ ਇਹ ਵੀ ਉਹਨਾਂ ਨਾਲ ਇਨ ਟੱਚ ਸੀਗੇ। ਸਾਡੇ ਕੋਚਿਸ ਵੀ ਆਨਲਾਈਨ ਥਰੂ ਇੰਟਰਨੈਟ WhatsApp ਵਗੈਰਾ ਤੇ ਇਹਨਾਂ ਨਾਲ ਅਸੀਂ ਗੱਲ ਕਰ ਰਹੇ ਸੀ। ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਹੌਸਲਾ ਸਾਡੇ ਵੱਲੋਂ ਵੀ ਮਿਲਿਆ ਹੈਗਾ। ਔਰ ਇੱਕ ਤਾਂ ਨੈਚੁਰਲੀ ਸਪੋਰਟਸਮੈਨ ਦਾ ਦੇਖੋ, ਸਪੋਰਟਸਮੈਨ ਦਾ ਇਹ ਹੁੰਦਾ ਕਿ ਮੈਂ ਜਿੱਤਣਾ ਹੈਗਾ। ਸਪੋਰਟਸ ਇਜ਼ ਨਾਟ ਪਲੇਡ ਬੇਸਿਕਲੀ ਟੂ ਵਿਨ ਔਰ ਲੂਜ਼। Sports is played with the with that feeling of participating and participating well. So our boys and girls have participated with full level of motivation. ਬਿਲਕੁਲ। And they have been getting the love and affection of all India. You see, these people from our state who have gone are not they have not played for Punjab. They have played for India, and they have got that motivation and that love throughout. Not only Punjab, I think everyone, even Sri Jaisha from Kerala has, he's done wonders, so even he has got a lot of this thing. एक कुदरती गल है कि बहुत सारे players हैं क्योंकि देखो, there are rural, tribal games in every state. So every state has got its own, and even the Khelo India program of Government of India recognizes this. ਹੁਣ ਪੰਜਾਬ ਵਿੱਚ ਅਸੀਂ ਪਹਿਲੇ ਕਬੱਡੀ ਦੀ ਗੱਲ ਕਰਦੇ ਸੀ, ਕਬੱਡੀ ਹੁੰਦੀ ਹੈ ਜੀ, ਫਿਰ hockey was always there. So hockey has become quite popular. ਠੀਕ ਹੈ, and what we are trying to do, ਜੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਡਿਪਾਰਟਮੈਂਟ ਵਿੱਚ, ਕਿ ਇਹਨਾਂ ਗੇਮਸ ਤੋਂ ਇਲਾਵਾ ਵੀ ਹੋਰ ਵੀ ਕਿੰਨੇ ਗੇਮਸ ਹੈਗੇ। ਬਾਕਸਿੰਗ ਹੈਗਾ, ਵੀ ਹੈਵ ਗੋਟ, ਦੇਖੋ ਅਸੀਂ ਪੰਜਾਬ ਵਿੱਚ ਬਾਕਸਿੰਗ ਰੈਸਲਿੰਗ ਵਾਸਤੇ ਫੋਰਨ ਕੋਚ ਰੱਖੇ ਹੋਏ ਆ। ਸੋ ਹਰਿਆਣਾ ਜਿਹੜੀ ਹੈਗੀ, ਹਰਿਆਣਾ ਵਿੱਚ ਦੇ ਆਰ ਡੂਇੰਗ ਅ ਲੋਟ ਆਫ ਐਮਫੈਸਿਸ ਔਨ ਰੈਸਲਿੰਗ। ਕੋਚਿਸ ਦੀ ਗੱਲ ਕੀਤੀ ਸਰ, ਇੱਕ ਬੜਾ ਇੰਪੋਰਟੈਂਟ ਕੁਐਸਚਨ ਹੈ। ਅਕਸਰ ਕੋਚਿਸ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਜਦੋਂ ਕੋਈ ਪਲੇਅਰ ਅੱਛਾ ਪਰਫਾਰਮ ਕਰਦਾ ਹੈ ਤਾਂ ਪਲੇਅਰਸ ਤਾਂ ਆਪਣਾ ਡਿਊ ਜਿਹੜਾ ਕ੍ਰੈਡਿਟ ਹੈ ਉਹ ਲੈ ਜਾਂਦੇ ਆ, ਪਰ ਕੋਚਿਸ ਨੂੰ ਨਹੀਂ ਮਿਲਦਾ। ਔਰ ਈਵਨ ਕਈ ਵਾਰ ਇਹ ਵੀ ਹੁੰਦਾ ਕਿ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਤੁਸੀਂ ਕੁਝ ਕੋਚਿਸ ਹੈ ਜਿਹੜੇ ਉਹਨਾਂ ਦਾ ਜਿਹੜਾ ਕੰਟਰੈਕਚੁਅਲ ਪੀਰੀਅਡ ਹੈ ਉਹ ਖਤਮ ਵੀ ਕਰ ਰਹੇ ਹੋਗੇ।
ਤਾਂ ਉਹਨਾਂ ਨੂੰ ਮਲਾਲ ਜ਼ਰੂਰ ਰਹਿ ਜਾਂਦਾ ਹਮੇਸ਼ਾ। ਦੇਖੋ ਕੋਚਿਸ ਸਾਡੇ ਇੱਕ ਸਪੋਰਟਸ ਡਿਪਾਰਟਮੈਂਟ ਦਾ ਇੱਕ ਬਹੁਤ ਇੰਪੋਰਟੈਂਟ ਐਂਡ ਅੰਗ ਹੈਗੇ। ਕੋਚਿਸ ਤੋਂ ਬਗੈਰ ਸਪੋਰਟਸ ਡਿਪਾਰਟਮੈਂਟ ਔਰ ਜਿੰਨੀ ਟ੍ਰੇਨਿੰਗ ਬੱਚਿਆਂ ਨੂੰ ਦਿੱਤੀ ਜਾਣੀ ਹੈਗੀ ਉਹ ਨਹੀਂ ਹੋ ਸਕਦਾ। ਇਸ ਗੱਲ ਨੂੰ ਅਸੀਂ ਮੰਨਦੇ ਹੈਗਾ। ਅਸੀਂ PIS ਵਿੱਚ ਤਕਰੀਬਨ 46 ਬੜੇ ਇੰਟਰਨੈਸ਼ਨਲ ਲੈਵਲ ਦੇ ਕੋਚਿਸ ਰੱਖੇ ਹੋਏ ਆ। ਸਾਡੇ ਜੂਨੀਅਰ ਕੋਚਿਸ ਥਰੂ ਆਊਟ ਦੀ ਸਟੇਟ ਹੈਗੇ ਆ। ਇਹਨਾਂ ਦੀ ਐਨੀਵੇ ਮਤਲਬ ਤੁਸੀਂ ਰੇਜ਼ ਕੀਤਾ ਹੈਗਾ ਬਟ ਵੀ ਵਿਲ ਲੁੱਕ ਇਨਟੂ देयर ਵਟਐਵਰ ਜਿਹੜੀ ਹੈਗੀ ਹੈ। ਬਟ ਅਸੀਂ ਸਪੋਰਟਸ ਪਾਲਿਸੀ ਵਿੱਚ ਵੀ ਰੱਖੀ ਹੋਈ ਹੈ ਪ੍ਰੋਵੀਜ਼ਨ। Even in the sports policy, there is a provision that the coaches who are doing well and who train their children who go on to achieve heights, ਉਹ ਕੋਚਿਸ ਨੂੰ ਵੀ ਰੈਕਗਨਾਈਜ਼ ਕੀਤਾ ਬਿਲਕੁਲ। ਪਾਲਿਸੀ ਬਾਰੇ ਹੋਰ ਵੀ ਗੱਲਾਂ ਕਰਾਂਗੇ। ਡਾਇਰੈਕਟਰ DPS ਖਰਬੰਦਾ ਸਾਡੇ ਨਾਲ ਨੇ। ਇਹਨਾਂ ਦਾ ਵਿਜ਼ਨ ਬਹੁਤ ਕਲੀਅਰ ਹੈ। ਇਸ ਨੂੰ ਲੈ ਕੇ ਚਰਚਾਵਾਂ ਵੀ ਹੁੰਦੀਆਂ ਨੇ। ਖਾਸ ਤੌਰ ਤੇ ਜੇ ਗੱਲ ਕੀਤੀ ਜਾਵੇ ਖੇਲੋ ਇੰਡੀਆ ਬਾਰੇ ਹਰ ਕੋਈ ਜਾਣਦਾ, ਪਰ ਖੇਡੋ ਪੰਜਾਬ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਮੋਬਾਈਲ ਐਪਲੀਕੇਸ਼ਨ ਦੀ, ਖਰਬੰਦਾ ਜੀ ਕੀ ਇਨੀਸ਼ੀਏਟਿਵ ਲਏ ਗਏ ਨੇ ਸਪੋਰਟਸ ਡਿਪਾਰਟਮੈਂਟ ਵੱਲੋਂ ਤੇ ਕਿੰਨੇ ਇਹ ਹੈਲਪਫੁਲ ਰਹਿਣਗੇ ਪਲੇਅਰਸ ਲਈ ਵੀ ਤੇ ਕੋਚ ਲਈ ਵੀ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਵੈਲਕਮ ਕਰਦਾ। ਸਾਡੇ ਪੰਜਾਬ ਦੀ ਸ਼ਾਨ ਤੇ ਭਾਰਤ ਦੇ ਮਾਣ ਬੱਚੇ ਇੱਥੇ ਬੈਠੇ ਨੇ ਜਿਨ੍ਹਾਂ ਨੇ ਭਾਰਤ ਦਾ ਤਿਰੰਗਾ ਟੋਕੀਓ ਵਿੱਚ ਲਹਿਰਾਇਆ। ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ, ਉਹਨਾਂ ਨੂੰ ਵਧਾਈ ਵੀ। ਔਰ ZTV ਦੇ ਇਸ ਸ਼ੋਅ ਨੂੰ ਸਪੋਰਟਸ ਕਨਕਲੇਵ ਜਿਹੜਾ ਪਹਿਲਾਂ ਹੋ ਰਿਹਾ ਹੈ, ਤੁਹਾਨੂੰ ਬਹੁਤ ਕੰਗ੍ਰੈਚੁਲੇਸ਼ਨਸ ਕਿ ਯੂ ਹੈਵ ਡਨ ਅ ਕਮੈਂਡੇਬਲ ਜੌਬ। ਤੁਸੀਂ ਸਟਾਰਟ ਕੀਤਾ। ਸੋ ਜਿਹੜੀ ਗੱਲ ਨਿਤਿਕਾ ਜੀ ਤੁਸੀਂ ਕਹੀ ਹੈ ਕਿ ਬੇਸਿਕਲੀ ਇੱਕ ਡਿਜੀਟਾਈਜ਼ ਵਰਡ ਹੈ ਤੇ ਮੇਰੇ ਕੋਲੀਗਸ ਸਾਡੇ ਜਿਹੜੇ ਸਪੋਰਟਸ ਪਰਸਨ ਜਿਹੜੇ ਨੇ ਓਲੰਪੀਅਨ ਹੋ ਕੇ ਆਏ ਨੇ ਉਹ ਬਿਹਤਰ ਜਾਣਦੇ ਨੇ ਕਿ ਡਿਜੀਟਾਈਜ਼ ਦਾ ਅਸੀਂ ਅੱਜ ਕੱਲ੍ਹ ਫਾਇਦਾ ਉਠਾਉਣਾ ਹੈ। ਆਪਾਂ IT 'ਚ ਐਕਸੈਲ ਕਰ ਰਹੇ ਹਾਂ ਤੇ ਸਪੋਰਟਸ ਵਿੱਚ ਵੀ IT ਆਉਣਾ ਜ਼ਰੂਰੀ ਹੈ। ਜਿਵੇਂ ਸੈਕਟਰੀ ਸਾਹਿਬ ਨੇ ਕਿਹਾ ਕਿ ਜਿਵੇਂ ਇੱਕ MM 1 mm ਪਿੱਛੇ ਆਪਾਂ ਗੋਲਡ ਸਿਲਵਰ ਆ ਜਾਂਦਾ। ਸੋ ਇਸ ਨੂੰ ਮੱਦੇ ਰੱਖਦੇ ਹੋਏ ਕਿ ਬੇਸਿਕਲੀ ਅਸੀਂ ਦੇਖਣਾ ਕਿ ਅਸੀਂ ਐਕਸੈਲ ਕਿੱਦਾਂ ਕਰਨਾ ਹੈ ਔਰ ਅਸੀਂ ਅਚੀਵ ਕਿਵੇਂ ਕਰਨਾ ਹੈ, ਮੋਨੀਟਰਿੰਗ ਕਿੱਦਾਂ ਕਰਨੀ ਹੈ, ਮੋਨੀਟਰਿੰਗ ਐਟ ਐਵਰੀ ਲੈਵਲ। ਕਿਉਂਕਿ ਇਹ ਤਾਂ ਹੈ ਨਹੀਂ ਕਿ ਅੱਜ ਬੱਚੇ ਜਿਹੜੇ ਅੱਜ ਹੈ ਨੇ ਕੱਲ੍ਹ ਇਹਨਾਂ ਨੇ ਵੱਡੇ ਹੋਣਾ ਹੈ। ਬਡਿੰਗ ਇਹ ਆਨਲਾਈਨ ਪ੍ਰੋਸੈਸ ਹੈ। ਬਡਿੰਗ ਪਲੇਅਰਸ ਨਵੇਂ ਵੀ ਆਉਣੇ ਆ, ਪੁਰਾਣਿਆਂ ਨੂੰ ਵੀ ਦੇਖਣਾ ਹੈ ਔਰ ਜਿਹੜੇ ਟੌਪ 'ਤੇ ਇੰਟਰਨੈਸ਼ਨਲ ਬੱਚੇ ਨੇ ਉਹਨਾਂ ਨੂੰ ਅਸੀਂ ਹੋਰ ਤਗੜੇ ਹੋ ਕੇ ਕੰਮ ਕਰਵਾਉਣਾ ਹੈ। ਸੋ ਇਸ ਨੂੰ ਮੁੱਖ ਰੱਖਦੇ ਹੋਏ ਇੱਕ ਅਸੀਂ ਡਿਜੀਟਾਈਜ਼ ਪਲੈਟਫਾਰਮ ਜਿਹੜੀ ਕਿ ਪੰਜਾਬ ਸਰਕਾਰ ਨੇ ਔਰ ਭਾਰਤ ਦੀ ਵਨ ਆਫ ਦਿਸ ਫਸਟ ਕਾਈਂਡ ਜਿਹੜੀ ਨਵੀਂ ਬਣੀ ਹੈ ਉਹਦਾ ਨਾਮ ਹੈ, ਆਪ ਤੁਸੀਂ ਸੁਣਿਆ ਹੋਣਾ ਹੈ ਕਿ ਮੋਬਾਈਲ ਐਪ ਸਭ ਬਣਾਉਂਦੇ ਨੇ। ਪੰਜਾਬ ਦੀ ਪਹਿਲੀ ਸਪੋਰਟਸ ਮੋਬਾਈਲ ਐਪ ਜਿਹੜੀ ਅਸੀਂ ਬਣਾਈ ਹੈ ਖੇਡੋ ਪੰਜਾਬ। ਸੋ ਉਹਦੇ 'ਚ ਸਾਰੇ ਸਾਡੇ ਮੇਰੇ ਸਪੋਰਟਸ ਪਰਸਨ, ਪੰਜਾਬ ਸਰਕਾਰ, ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਔਰ ਰਾਣਾ ਸੋਢੀ ਸਾਹਿਬ ਜਿਹੜੇ ਸਾਡੇ ਸਪੋਰਟਸ ਮੰਤਰੀ ਨੇ ਉਹਨਾਂ ਵੱਲੋਂ ਇਹਦਾ ਆਗਾਜ਼ ਹੋਇਆ। ਔਰ ਇਹਦੇ ਵਿੱਚ ਦੇਖੋ ਕਿ ਅਸੀਂ 3-4 ਚੀਜ਼ਾਂ ਰੱਖੀਆਂ ਕਿ ਕਿਸੇ ਬੱਚੇ ਦੀ ਨਵੀਂ ਰਜਿਸਟ੍ਰੇਸ਼ਨ ਉਹਨੇ ਕਰ ਸਕਦਾ। ਖੇਡੋ ਪੰਜਾਬ 'ਚ ਐਂਡਰੋਇਡ 'ਚ ਆ ਗਿਆ, ਐਪਲ 'ਚ ਕੱਲ੍ਹ ਪਰਸੋਂ ਤੱਕ ਐਪਲ 'ਚ ਵੀ ਆ ਜਾਏਗਾ। ਔਰ ਨਵਾਂ ਬੱਚਾ ਰਜਿਸਟਰਡ ਕਿਵੇਂ ਕਰਨਾ ਹੈ, ਉਹਦਾ ਨਾਮ, ਉਹਦਾ ਪਿਓ ਦਾ ਨਾਮ, ਉਹਦੀ ਫੀਲਡ ਕਿਹੜੀ ਹੈ, ਉਹਨੇ ਆਪਣਾ ਲੈਟਰ ਸੇ 100 ਮੀਟਰ ਹੈ, 100 ਮੀਟਰ ਉਹ ਕਿੰਨੇ ਸੈਕਿੰਡ 'ਚ ਕਰਦਾ ਹੈ ਔਰ ਉਹਦੇ 'ਚ ਓਲੰਪਿਕ ਦਾ ਰਿਕਾਰਡ ਕਿੰਨਾ ਹੈ, ਨੈਸ਼ਨਲ ਰਿਕਾਰਡ ਕਿੰਨਾ ਹੈ, ਸਟੇਟ ਰਿਕਾਰਡ ਕਿੰਨਾ ਹੈ। ਹਰ ਬੱਚਾ ਉਹਦੇ 'ਚ ਦੇਖ ਸਕੇਗਾ ਜੇ ਮੈਂ ਰਜਿਸਟਰ ਕਰ ਲਿਆ ਮੈਨੂੰ ਕਿਹੜੇ ਸੈਂਟਰ ਜਾਣਾ ਹੈ, ਉਹ ਸੈਂਟਰ ਕਿੰਨੀ ਦੂਰ ਹੈ, ਉਹ ਕੋਚ ਕਿੱਥੇ ਮੇਰਾ ਬੈਠਾ ਹੈ ਔਰ ਮੈਂ ਜੇ ਬਿਹਤਰ ਕੋਚ ਜਾਣਾ ਮੈਂ ਕਿਤੇ ਸੈਂਟਰ ਜਾ ਸਕਾਂ। ਮੇਰਾ ਅੱਜ ਦਾ ਜਿਹੜਾ ਰਿਕਾਰਡ ਹੈ, ਜੇ ਅੱਜ ਰਿਕਾਰਡ ਮੇਰਾ 100 ਮੀਟਰ ਦਾ 12 ਸੈਕਿੰਡ ਹੈ ਤੇ ਮੈਂ ਜਿਹੜਾ ਜੈਕਬ ਹੈ ਉਹ ਰਿਕਾਰਡ ਦੇ 9.8 ਸੈਕਿੰਡਸ ਹੈ, ਮੈਂ 3-4 ਸੈਕਿੰਡ ਪਿੱਛੇ ਹਾਂ। ਅਸੀਂ ਉਹ ਵੀ ਪ੍ਰੋਵੀਜ਼ਨ ਰੱਖੀ ਆਉਣ ਵਾਲੇ ਟਾਈਮ 'ਚ ਹਰ 15 ਦਿਨ ਬਾਅਦ ਉਸ ਬੱਚੇ ਨੂੰ ਬੀਪ ਪਾਏਗੀ ਕਿ ਬੇਟਾ ਯੂ ਆਰ 3 seconds away, you are 2 seconds away, you are 1 second away, you are about to crack the Olympic target. That is the point. The fire in the belly, ਜਿਹੜੀ ਅੱਗ ਹੈ ਬੱਚੇ ਦੀ, ਜਿਹੜੀ ਖੁੰਦਕ ਹੈ ਉਹ ਬੱਚੇ ਨੂੰ ਕੰਮ ਕਰਾਉਂਦੀ ਹੈ। ਕਹਿੰਦੇ ਦੋ ਗੱਲਾਂ ਨੇ, ਕਹਿੰਦੇ ਨੇ ਵੇਅਰ ਦੇਰ ਇਜ਼ ਵਿਲ ਦੇਰ ਇਜ਼ ਅ ਵੇ। ਵਿਲ ਬੱਚੇ ਦੀ ਤੇ ਵੇ ਜਿਹੜਾ ਉਹ ਸਰਕਾਰ ਦਾ ਦੱਸਣਾ ਹੈ, ਅਸੀਂ ਦੱਸਣਾ ਹੈ। ਕੋਚ, ਸੈਕਟਰੀ, ਡਾਇਰੈਕਟਰ, CM ਸਾਹਿਬ, ਸਪੋਰਟਸ ਮਿਨਿਸਟਰ, ਅਸੀਂ ਵੇ ਆ, ਅਸੀਂ ਰਾਹ ਦੱਸਣਾ ਹੈ, ਇਕਵਿਪਮੈਂਟ ਦੇਣਾ ਹੈ, ਸਾਰਾ ਕੁਝ ਦੇਣਾ ਹੈ। ਬਟ ਵਿਲ ਅਸੀਂ ਕ੍ਰੀਏਟ ਨਹੀਂ ਕਰ ਸਕਦੇ। ਉਹ ਵਿਲ ਤੁਹਾਡੇ ਅੰਦਰ ਕ੍ਰੀਏਟ ਕਿਵੇਂ ਹੋਣੀ ਹੈ? ਜਦੋਂ ਤੁਹਾਨੂੰ ਪਤਾ ਲੱਗੇ ਗੋਲ ਮੇਰਾ ਕਿਹੜਾ ਹੈ। ਮੇਰਾ ਗੋਲ ਹੁਣ 2 ਸੈਕਿੰਡ ਪਿੱਛੇ ਰਹਿ ਗਿਆ। ਜਿਵੇਂ ਨੀਰਜ ਚੋਪੜਾ ਨੇ 87.58 ਲਿੱਤਾ, ਉਹਨੂੰ ਪਤਾ ਲੱਗ ਗਿਆ ਕਿ ਮੈਂ ਜਦੋਂ 89 ਤੇ ਪਹੁੰਚਿਆ ਮੈਂ ਉਹ 1 ਮੀਟਰ ਨੇੜੇ ਹਾਂ, ਮੈਂ ਹੁਣ ਅੱਧਾ ਮੀਟਰ ਨੇੜੇ ਹਾਂ, ਮੈਂ ਹੁਣ ਸਿਰਫ ਆਪਣਾ 6 ਸੈਂਟੀਮੀਟਰ ਪਿੱਛੇ ਰਹਿ ਗਿਆ। ਸੋ ਦੈਟ ਥਿੰਗਸ ਵਰਕਸ। ਇਹ ਆਟੋਮੈਟਿਕਲੀ ਬੱਚੇ ਦੇ ਅੰਦਰ ਵਰਕ ਕਰਦੀ ਹੈ। ਔਰ ਸਪੋਰਟਸ ਪਰਸਨ, ਚਲੋ ਮੈਂ ਵੀ ਖੇਡਦਾ ਰਿਹਾ ਬਟ ਸਪੋਰਟਸ ਪਰਸਨ ਬਿਹਤਰ ਜਾਣਦੇ ਨੇ ਕਿ ਗੋਲ ਦੀ ਅਚੀਵਮੈਂਟ ਕੀ ਹੈ। ਸੋ ਮੈਂ ਤਾਂ ਆਪਣੇ ਇਸ ਪਲੇਟਫਾਰਮ ਰਾਹੀਂ ਵੀ ਔਰ ਪੰਜਾਬ ਦੇ ਬੱਚਿਆਂ ਨੂੰ ਵੀ ਕਹੂੰਗਾ ਕਿ ਇੱਕ ਗੋਲ ਦੀ ਜਿਹੜੀ ਭਾਵਨਾ ਉਹ ਜੇ ਤੁਸੀਂ ਲਿਆਓਗੇ ਆਪਣੇ ਕਮਰੇ 'ਚ, ਬੈਡਰੂਮ ਵਿੱਚ ਇੱਕ ਆਪਣੇ ਇਸ਼ਕ ਦੀ ਫੋਟੋ ਲਗਾਓ, ਨਾਲ ਆਪਣੇ ਗੋਲ ਦੀ ਫੋਟੋ ਲਗਾਓ ਕਿ ਮੈਂ ਓਲੰਪਿਕ ਤੋਂ ਕਿੰਨੇ ਸੈਕਿੰਡ ਪਿੱਛੇ ਹਾਂ।
ਤੇ ਕੋਈ ਦੁਨੀਆ ਦੀ ਤਾਕਤ ਤੁਹਾਨੂੰ 올림픽ਸ ਦਾ 골ਡ ਮੈਡਲ ਲੈਣ ਤੋਂ ਨਹੀਂ ਰੋਕ ਸਕਦੀ। ਇਹ ਮੇਰੀ ਆਪਣੀ ਭਾਵਨਾ ਹੈ। ਇਹ ਇੱਕ ਜੋੜੀ ਐਕਸਪੀਰੀਅੰਸ ਮੈਂ ਸਿੱਖਿਆ ਹੈ ਔਰ ਦਾ ਟਾਈਮ ਵਿਲ ਕਮ ਕਿ ਅੱਜ ਜੇ 7 ਆਏ ਨੇ 25 26 ਤੱਕ ਅਸੀਂ ਪੰਜਾਬ ਜਿਹੜਾ ਹੈ ਉਹ ਮੈਡਲ ਲਿਆ ਕੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦਾ ਹੈ। ਬਿਲਕੁਲ ਜਗਬੀਰ ਸਿੰਘ ਚੀਮਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਯੂਨੀਵਰਸਿਟੀ ਤੇ ਇੱਕ ਬਹੁਤ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ, ਵੀਸੀ ਤੇ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ। ਸਪੋਰਟਸ ਦਾ ਜਿਹੜਾ ਸਟੈਂਡਰਡ ਹੈ ਉਸ ਨੂੰ ਐਨਹਾਂਸ ਕਰਨ ਦੀ ਜ਼ਿੰਮੇਵਾਰੀ ਤੁਹਾਡੇ ਤੇ ਹੁੰਦੀ ਹੈ। ਕਿਸ ਤਰ੍ਹਾਂ ਉਸ ਨੂੰ ਤੁਸੀਂ ਉੱਚਾ ਚੁੱਕ ਰਹੇ ਹੋ? Thank you, Nitika ji, or thank you, Zee News, for bringing us on one platform and for me, giving me an opportunity to highlight what the university is meant for and how do we intend doing it. ਜਿਵੇਂ ਕਿ ਆਪਣੇ ਪ੍ਰਿੰਸੀਪਲ ਸੈਕਟਰੀ ਸਾਹਿਬ ਨੇ ਵੀ ਔਰ ਪਹਿਲੇ ਦੇ ਪੈਨਲ ਦੇ ਵਿੱਚ ਵੀ ਦੱਸਿਆ ਗਿਆ ਸੀਗਾ ਕਿ ਜੋ ਅੱਜ ਕੱਲ੍ਹ ਦੀ ਸਪੋਰਟਸ ਹੈ ਇਹ ਮਲਟੀ ਡਿਮੈਂਸ਼ਨਲ ਸਪੋਰਟਸ ਹੋ ਚੁੱਕੀ ਹੈ। ਇਹਦੇ ਵਿੱਚ ਸਟਰੈਂਥ, ਐਂਡਿਓਰੈਂਸ, ਸਟੈਮਿਨਾ ਜੋ ਆਪਾਂ ਪਹਿਲਾਂ ਸੋਚਦੇ ਸੀ ਸਿਰਫ ਉਹੀ ਨਹੀਂ ਰਹਿ ਗਿਆ ਹੈਗਾ। ਇਹਦੇ ਵਿੱਚ ਜ਼ਰੂਰਤ ਹੈ ਸਾਇੰਟੀਫਿਕ ਕੋਚਿੰਗ ਦੀ, ਇਹਦੇ ਵਿੱਚ ਜ਼ਰੂਰ ਹੈ ਮੈਂਟਲ ਕੰਡੀਸ਼ਨਿੰਗ ਦੀ। ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਪੋਰਟਸ ਯੂਨੀਵਰਸਿਟੀ ਦਾ ਜੋ ਸਾਡੇ ਮੁੱਦੇ ਰੱਖੇ ਗਏ ਨੇ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੰਟੀਗ੍ਰੇਟ ਕਰਕੇ ਇੱਕ ਯੂਨੀਵਰਸਿਟੀ ਦੇ ਵਿੱਚ ਇਹਨਾਂ ਦੀ ਕੋਚਿੰਗ ਕਰਾਈ ਜਾਵੇ, ਇਹਨਾਂ ਦੀ ਐਜੂਕੇਸ਼ਨ ਕਰਾਈ ਜਾਵੇ ਔਰ ਇਹ ਚੀਜ਼ਾਂ ਪ੍ਰੈਕਟੀਕਲ ਐਪਲੀਕੇਸ਼ਨ ਕਰਵਾਈਆਂ ਜਾਣ। ਇਸ ਦਾ ਮੈਂ ਥੋੜ੍ਹਾ ਜਿਹਾ ਉਦਾਹਰਨ ਦੇਵਾਂਗਾ। ਜਿਵੇਂ ਕਿ ਪ੍ਰਿੰਸੀਪਲ ਸੈਕਟਰੀ ਸਾਹਿਬ ਨੇ ਦੱਸਿਆ ਔਰ ਜਿਵੇਂ ਕਿ ਗਰਾਊਂਡ ਦੇ ਵਿੱਚ PIS ਦੇ ਮਾਧਿਅਮ ਦੇ ਨਾਲ ਆਪਾਂ ਟੈਲੈਂਟ ਆਇਡੈਂਟੀਫਿਕੇਸ਼ਨ ਕਰਦੇ ਹਾਂ, ਪਿੰਡਾਂ ਦੇ ਵਿੱਚ ਜਾਂਦੇ ਹਾਂ। ਉਸ ਜਗ੍ਹਾ ਦੇ ਵਿੱਚ ਅਸੀਂ ਸਪੋਰਟਸ ਸਾਇੰਸ ਦੇ ਕੋਰਸਿਸ ਉਹ ਜਿਹੜੇ ਕਿ ਇਸ ਸਾਲ ਯੂਨੀਵਰਸਿਟੀ ਦੇ ਵਿੱਚ ਇੰਟਰੋਡਿਊਸ ਹੋ ਰਹੇ ਨੇ ਉਹ ਜਿਹੜੇ ਟੈਲੈਂਟ ਆਇਡੈਂਟੀਫਿਕੇਸ਼ਨ ਨੂੰ ਸਾਇੰਟੀਫਿਕ ਤਰੀਕੇ ਨਾਲ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਏ। ਉਸ ਤੋਂ ਬਾਅਦ ਆਇਡੈਂਟੀਫਾਈ ਕਰਨ ਦਾ ਹੀ ਕੰਮ ਨਹੀਂ ਹੈਗਾ, ਬਲਕਿ ਉਸ ਤੋਂ ਬਾਅਦ ਜਦੋਂ 6 ਮਹੀਨੇ ਬਾਅਦ ਉਹਨਾਂ ਦੀ ਟ੍ਰੇਨਿੰਗ ਹੋ ਜਾਏ ਚੈੱਕ ਬੈਕ, ਉਸ ਤੋਂ ਬਾਅਦ ਫਿਰ 6 ਮਹੀਨੇ ਬਾਅਦ ਕਿ ਜੋ ਬੱਚੇ ਨੇ ਜੋ ਉਹਨਾਂ ਦੀ ਕੋਚਿੰਗ ਹੋ ਰਹੀ ਆ ਇਜ਼ ਇਟ ਲੀਡਿੰਗ ਟੂ ਦਾ ਐਨਹਾਂਸਮੈਂਟ ਆਫ ਦੇਅਰ ਸਟੈਂਡਰਡਸ ਔਰ ਉੱਥੇ ਦੇ ਉੱਥੇ ਹੀ ਨੇ ਉਹ। That is what the sports integration, sports science is to integrate. That is what the university is to integrate with the sports department to fulfill this mission. Not only that, ਹੁਣ ਇਸੇ ਚੀਜ਼ ਨੂੰ ਅੱਗੇ ਲਿਜਾਂਦੇ ਹੋਏ ਕਿ ਸਪੋਰਟਸ ਸਟੈਂਡਰਡ ਆਪਾਂ ਕਿਵੇਂ ਅਨਹਾਂਸ ਕਰਨਾ ਹੈਗਾ। ਆਪਣਾ PIS ਸਪੋਰਟਸ ਡਿਪਾਰਟਮੈਂਟ ਇਹਨਾਂ ਦੇ ਸੈਂਟਰਸ ਆਫ ਐਕਸਲੈਂਸ ਹਰ ਜਗ੍ਹਾ ਖੋਲ੍ਹ ਰੱਖੇ ਨੇ। ਉਹਦੇ ਨਾਲ ਹੀ ਅਸੀਂ ਵੀ ਪਲੱਸ ਹੋਰ ਜਿੱਥੇ ਸਾਡੇ ਯੂਨੀਵਰਸਿਟੀ ਦੇ ਕਾਲਜਸ ਨੇ ਉੱਥੇ ਅਸੀਂ ਸਪੋਰਟਸ ਟ੍ਰੇਨਿੰਗ ਸੈਂਟਰ ਸਕੂਲਾਂ ਦੇ ਵਿੱਚ ਖੋਲ੍ਹ ਰਹੇ ਹਾਂ, ਜਿੱਥੇ ਕਿ ਅਸੀਂ ਬੱਚੇ ਨੂੰ ਜੇ ਕਿਸੇ ਨੂੰ ਆਪਾਂ ਤਿਆਰ ਕਰਨਾ ਹੈ, ਜਿਵੇਂ ਕਿ ਹਾਕੀ ਵਾਲੇ ਸਾਰੇ ਜਾਣਦੇ ਨੇ ਜਿਹੜੇ ਆਪਣੀ ਹਾਕੀ ਟੀਮ ਹੋਈ ਆ ਇਹ 2005 ਔਰ 2007 ਦੇ ਵਿੱਚ ਸਿਲੈਕਟ ਹੋਏ ਸੀਗੇ, ਉਨੀ ਆਪਾਂ ਨੂੰ ਟ੍ਰੇਨਿੰਗ ਚਾਹੀਦੀ ਆ। ਉਹੀ ਸਾਡਾ ਮਤਲਬ ਹੋਊਗਾ ਕਿ ਬੱਚਿਆਂ ਨੂੰ 5ਵੀਂ 6ਵੀਂ ਕਲਾਸ ਦੇ ਵਿੱਚ ਉਹਨਾਂ ਨੂੰ ਟੈਲੈਂਟ ਆਇਡੈਂਟੀਫਾਈ ਕਰਕੇ ਔਰ ਉਹਨਾਂ ਦੀ ਇੱਕ ਸਿਸਟਮੈਟਿਕ ਸਾਇੰਟੀਫਿਕ ਤਰੀਕੇ ਨਾਲ ਕੋਚਿੰਗ ਕਰਵਾਈ ਜਾਵੇ। ਦੈਟ ਇਜ਼ ਹਾਊ ਦਾ ਯੂਨੀਵਰਸਿਟੀ ਇਜ਼ ਟ੍ਰਾਈਂਗ ਟੂ ਫੁਲਫਿਲ ਐਂਡ ਐਨਹਾਂਸ ਦਾ ਸਟੈਂਡਰਡ ਆਫ ਸਪੋਰਟਸ। ਚੀਮਾ ਜੀ ਇੱਕ ਸਵਾਲ, ਤੁਹਾਨੂੰ ਲੱਗਦਾ ਹੈ ਕਿ ਹੋਰ ਯੂਨੀਵਰਸਿਟੀ ਵੀ ਬਣਾਉਣੀਆਂ ਪੈਣਗੀਆਂ ਜੇ ਬੱਚੇ ਇੰਨਾ ਇੰਟਰਸਟ ਦਿਖਾ ਰਹੇ ਨੇ? ਕਿਉਂਕਿ ਸੈਂਟਰਸ ਤਾਂ ਬਹੁਤ ਨੇ ਪੰਜਾਬ ਦੇ ਵਿੱਚ, ਵੱਡੇ ਵੱਡੇ ਸੈਂਟਰਸ ਨੇ, ਪਰ ਤੁਹਾਨੂੰ ਲੱਗਦਾ ਹੈ ਕਿ ਹੋਰ ਯੂਨੀਵਰਸਿਟੀ ਦੀ ਵੀ ਜ਼ਰੂਰਤ ਪੈ ਸਕਦੀ? ਆਈ ਥਿੰਕ ਇਨ ਫਿਊਚਰ ਵਾਈ ਨਾਟ। ਹਾਂਜੀ, ਪਰ as far as the present university is concerned, we have presently got about 7 colleges as part of the university. Okay. And there are another few colleges which would also get affiliated to the sports university. So we have got those colleges which are spread in the geographical spectrum of the entire Punjab. So ਜਿਹੜੀ ਸਾਡੀ university ਦੀ reach ਆ, it is not confined only to Patiala. ਸਾਡੇ ਵਿੰਗਸ ਗੁਰਦਾਸਪੁਰ, ਕਾਲਾ ਅਫਗਾਨਾ ਵੀ ਗੋਟ ਏ ਕੰਸਟੀਚੂਐਂਟ ਕਾਲਜਸ, ਕਾਫੀ ਕਾਲਜਸ ਸਾਡੇ ਪੰਜਾਬ ਦੇ ਪੂਰੇ ਨੇ ਜਿਨ੍ਹਾਂ ਦੇ ਥਰੂ ਅਸੀਂ ਆਪਣਾ ਜੋ ਯੂਨੀਵਰਸਿਟੀ ਦਾ ਮਿਸ਼ਨ ਆ ਉਸ ਨੂੰ ਅੱਗੇ ਲੈ ਕੇ ਗਰਾਊਂਡ ਲੈਵਲ ਤੇ ਗ੍ਰਾਸ ਰੂਟ ਲੈਵਲ ਤੇ ਲੈ ਕੇ ਜਾ ਰਹੇ ਹਾਂ। ਤੁਸੀਂ ਟੈਲੈਂਟ ਆਇਡੈਂਟੀਫਿਕੇਸ਼ਨ ਦੀ ਗੱਲ ਕੀਤੀ ਸਰ, ਤਾਂ ਟੈਲੈਂਟ ਆਇਡੈਂਟੀਫਿਕੇਸ਼ਨ ਮਤਲਬ ਜਿਸ ਤਰੀਕੇ ਦੇ ਨਾਲ
ਚਾਈਨਾ ਨੇ ਸਪੋਰਟਸ ਕਲਚਰ ਡਿਵੈਲਪ ਕੀਤਾ, ਕਿ ਉਸ ਤਰੀਕੇ ਦੇ ਨਾਲ ਅਸੀਂ ਡਿਵੈਲਪ ਕਰਨ ਦੇ ਨੇੜੇ ਤੇੜੇ ਦਿਖ ਰਹੇ ਹਾਂ ਕਿ ਚਾਈਲਡਹੁੱਡ ਤੋਂ ਬੱਚੇ ਆ ਜਿਹੜੇ ਉਹਨਾਂ ਨੂੰ ਤਿਆਰ ਕੀਤਾ ਜਾਵੇ। ਜਦੋਂ 4th ਕਲਾਸ 5th ਕਲਾਸ ਤੋਂ ਉਹ ਫੜੇ ਜਾਣ, ਉਸ ਤੋਂ ਬਾਅਦ ਥਰੂ ਆਊਟ ਜਦੋਂ ਤੱਕ ਉਹ ਗ੍ਰੈਜੂਏਸ਼ਨ ਨਹੀਂ ਕਰ ਰਹੇ ਉਦੋਂ ਤੱਕ ਉਹਨਾਂ ਦੀ ਸਾਂਭ ਸੰਭਾਲ ਹੈ ਜਿਹੜੀ, ਜਾਂ ਇੱਕ ਤਰੀਕੇ ਨਾਲ ਗਵਰਨਮੈਂਟ ਅਡਾਪਟ ਕਰ ਲੇ ਉਹਨਾਂ ਨੂੰ। ਇਹ ਜੀ ਜਿਹੜਾ ਤੁਸੀਂ ਸਵਾਲ ਪੁੱਛਿਆ ਹੈਗਾ ਬਹੁਤ ਜਾਇਜ਼ ਸਵਾਲ ਹੈ, ਔਰ ਇਹਦੇ ਵਿੱਚ ਮੈਂ PIS ਆਪਣਾ ਸਪੋਰਟਸ ਡਿਪਾਰਟਮੈਂਟ ਦੇ ਅੰਡਰ ਜੋ ਚੱਲ ਰਹੀ ਹੈ, ਉਹਨਾਂ ਦੇ ਡਾਇਰੈਕਟਰ ਵੀ ਆਪਣੇ ਨਾਲ ਨੇ। ਇਹ ਬੱਚਿਆਂ ਨੂੰ ਪਿੰਡਾਂ ਦੇ ਵਿੱਚੋਂ 5ਵੀਂ 6ਵੀਂ ਕਲਾਸ ਦੇ ਵਿੱਚ ਹੀ ਆਇਡੈਂਟੀਫਾਈ ਕਰਾ ਕੇ ਇੱਥੇ PIS ਦੇ ਵਿੱਚ ਉਹਨਾਂ ਦੀ ਕੋਚਿੰਗ ਵੀ ਕਰਾਉਂਦੇ ਨੇ ਔਰ ਉਹਨਾਂ ਦੀ ਐਜੂਕੇਸ਼ਨ ਵੀ ਕਰਾਉਂਦੇ ਆ। ਔਰ ਇਸੇ ਦੇ ਨਾਲ ਅਸੀਂ ਜੋ ਸਿਸਟਮ ਬਣਿਆ ਹੋਇਆ ਹੈ, ਆਪਣੇ ਜਿਹੜੇ ਸਾਇੰਟੀਫਿਕ ਕੋਰਸਿਸ ਚਲਾਉਣਗੇ, ਜਿਵੇਂ ਅਸੀਂ ਇਸ ਸਾਲ ਚਲਾ ਰਹੇ ਹਾਂ BSc ਸਪੋਰਟ ਸਾਇੰਸ, ਉਹਦੇ 'ਚ ਬਾਇਓਮਕੈਨਿਕ, ਕਿਨਜ਼ੀਓਲੋਜੀ, ਉਹ ਸਾਡੇ ਅਸੈਂਸ਼ੀਅਲ ਹਿੱਸੇ ਨੇ ਜਿਨ੍ਹਾਂ ਨਾਲ ਕਿ ਬੱਚਿਆਂ ਨੂੰ ਐਟ ਰੈਗੂਲਰ ਇੰਟਰਵਲਸ ਉਹਨਾਂ ਦੀ ਚੈਕਿੰਗ ਕਰਦੇ ਰਹੀਏ ਕਿ they are right for the right sport or they are for a different sport। ਕਿਉਂਕਿ ਆਪਾਂ ਨੋਰਮਲੀ ਜਿਹੜਾ ਆਪਣਾ ਕਿ ਆਪਾਂ ਜਿਵੇਂ ਹੁਣ ਸਾਰਿਆਂ ਨੂੰ ਪਹਿਲੇ ਸਪੀਕਰਸ ਨੇ ਵੀ ਦੱਸਿਆ ਕਿ ਉਹ ਕੁਆਂਟੀਟੇਟਿਵ ਟ੍ਰੇਨਿੰਗ ਮੈਥਡ ਆ ਕਿ ਜੇ ਅੱਜ 2 ਘੰਟੇ ਪ੍ਰੈਕਟਿਸ ਕਰ ਲਈ ਤਾਂ ਕੱਲ ਨੂੰ 2.5 ਘੰਟੇ ਨਾਲ ਸ਼ਾਇਦ ਅੱਗੇ, ਉਹ ਗੱਲ ਨਹੀਂ ਹੈਗੀ। ਓਕੇ ਚੌਧਰੀ ਜੀ, ਸਪੋਰਟਸ ਪਾਲਿਸੀ ਦੀਆਂ ਤੁਸੀਂ ਜਿਹੜੇ ਉਹਦੇ ਫੀਚਰਸ ਸੀ ਉਸ ਬਾਰੇ ਜਾਣਕਾਰੀ ਦਿੱਤੀ ਹੈ, ਪਰ ਜੇ ਗੱਲ ਕੀਤੀ ਜਾਵੇ ਅਸੀਂ ਦੇਖ ਪਾਉਂਦੇ ਹਾਂ ਕਿ ਲਗਾਤਾਰ ਪ੍ਰੋਟੈਸਟ ਕੀਤੇ ਜਾਂਦੇ ਕਈ ਪਲੇਅਰਸ ਵੱਲੋਂ, ਖਾਸ ਤੌਰ 'ਤੇ ਜੇ ਗੱਲ ਕੀਤੀ ਜਾਵੇ ਪੈਰਾ ਜਿਹੜੇ ਪਲੇਅਰਸ ਨੇ, ਕਿਉਂ ਉਹਨਾਂ ਨੂੰ ਪ੍ਰੋਟੈਸਟ ਕਰਨੇ ਪੈਂਦੇ ਨੇ? ਕੀ ਕਾਰਨ ਹੈ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਮਾਨ ਸਨਮਾਨ ਜਿਹੜਾ ਉਹ ਦਿੱਤਾ ਨਹੀਂ ਜਾ ਰਿਹਾ? ਮੈਨੂੰ ਖੁਦ ਨਹੀਂ ਪਤਾ ਕਿ ਉਹ ਪ੍ਰੋਟੈਸਟ ਕਿਉਂ ਕਰ ਰਹੇ ਹਾਂ, ਪਰੰਤੂ ਸਪੋਰਟਸ ਪਾਲਿਸੀ ਵਿੱਚ ਇੱਕ ਬੜਾ ਅਹਿਮ ਇੱਕ ਹਿੱਸਾ ਹੈਗਾ, ਦੈਟ ਇਜ਼ ਕਾਲਡ ਫਾਈਨੈਂਸ਼ੀਅਲ ਇਨਸੈਂਟਿਵਸ। ਬਿਕੋਜ਼ ਦੇਖੋ ਸਪੋਰਟਸ ਵੈਸੇ ਐਜ਼ ਏ ਗੇਮ, ਐਜ਼ ਅ ਹੌਬੀ ਕਹਿ ਲਓ, ਜਾਂ ਈਵਨ ਐਜ਼ ਏ ਕੰਪੈਟੀਟਿਵ ਸਪੋਰਟ, ਇਟ ਇਜ਼ ਪਲੇਡ ਫॉर ਸੈਲਫ ਸੈਟਿਸਫੈਕਸ਼ਨ ਫਰਸਟ ਆਫ ਆਲ, कि मैं हाँ ठीक है आई एम अ स्पोर्ट्समैन, and because the qualities of a sportsman are a little bit better than an ordinary person because he has got so many positive qualities. Secondly, it is played also for the state, for the nation. So you play either for yourself, you enjoy it, or you play it as a competitive for this thing. The financial incentives given to the ordinary sports persons are also given to all the para sports persons. And I would just like to go on and say that 2018 ਵਿੱਚ ਜਦੋਂ ਜਕਾਰਤਾ ਦੇ ਏਸ਼ੀਅਨ ਪੈਰਾਲੰਪਿਕਸ ਪੈਰਾ ਗੇਮਸ ਹੋਏ ਸੀਗੇ, ਉਹਦੇ ਵਿੱਚ 3 ਜਿਹੜੇ ਹੈਗੇ ਆ ਪੈਰਾ ਸਪੋਰਟਸ ਪਰਸਨਸ, ਉਹਨਾਂ ਨੂੰ 50 ਲੱਖ ਦੇ ਵੀ ਅਵਾਰਡ ਦਿੱਤੇ ਗਏ ਹੈਗੇ, ਠੀਕ ਹੈ ਨਾ। ਸੋ that is not the issue that they are being given some sort of stepmotherly treatment, but yes, I am very happy today to know that in the recently concluded Paralympics ਜਿਹੜੇ ਅਗਸਤ 23 ਤੋਂ ਲੈ ਕੇ ਸੈਪਟੰਬਰ 5 ਤੱਕ ਹੁਣੇ ਹੋ ਕੇ ਹਟੇ ਆ, ਪੈਰਾ ਸਪੋਰਟਸ ਪਰਸਨਸ ਹੈਵ ਡਨ exceedingly well, and they have won so many medals that which was perhaps not even people were not able to dream of. But yes, we have their interest in mind, and if they have any issues with the state government or with the policy, we will look into it, as we are already doing. ਚੌਧਰੀ ਜੀ, ਉਹਨਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਬਦਲਾਅ ਕੀਤਾ ਜਾਏਗਾ, ਉਹ ਨੌਕਰੀ ਮੰਗ ਰਹੇ ਨੇ ਜਾਂ ਫਿਰ ਜਿਹੜੇ ਉਹਨਾਂ ਨੂੰ ਕੈਸ਼ ਅਵਾਰਡਸ ਮਿਲਨੇ ਸੀਗੇ ਉਹ ਉਹਨਾਂ ਨੂੰ ਨਹੀਂ ਦਿੱਤੇ ਗਏ? ਕਿਉਂ, ਕੀ ਕਾਰਨ ਹੈ ਜਦੋਂ ਅਸੀਂ ਬਾਰ-ਬਾਰ ਪੁੱਛ ਰਹੇ ਹਾਂ ਕਿ ਉਹਨਾਂ ਨੂੰ ਪ੍ਰੋਟੈਸਟ ਕਰਨਾ ਪੈਂਦਾ? ਪੰਜਾਬ ਦੇ ਅਲੱਗ-ਅਲੱਗ ਕੋਨਿਆਂ ਤੋਂ ਲਗਾਤਾਰ ਪਹੁੰਚਦੇ ਨੇ, ਕਹਿੰਦੇ ਨੇ ਕਿ ਸਾਡਾ ਕੋਟਾ ਹੈ ਜੌਬ ਦੇ ਵਿੱਚ ਪਰ ਸਾਨੂੰ ਦਿੱਤੀ ਨਹੀਂ ਜਾ ਰਹੀ। ਦੇਖੋ ਇਸ ਤਰ੍ਹਾਂ ਹੈ ਕਿ ਜਿਹੜੇ ਡਿਸੇਬਲਡ ਪਰਸਨਸ ਹੈਗੇ ਆ, ਉਹਨਾਂ ਨੂੰ ਐਜ਼ ਪਰ ਦੀ ਪਰਸਨਸ ਵਿਦ ਡਿਸੇਬਿਲਿਟੀਜ਼ ਐਕਟ ਦੇ ਥੱਲੇ ਆਲਰੇਡੀ 4% ਦਾ ਕੋਟਾ ਨੌਕਰੀਆਂ ਵਿੱਚ ਹੈ। ਸੋ ਦੇ ਆਲਰੇਡੀ ਹੈਵ ਦੈਟ। ਸੋ ਆਈ ਡੋਂਟ ਨੋ ਵਾਈ ਦੇ ਆਰ ਕੰਪਲੇਨਿੰਗ, ਬਟ ਇਨ ਕੇਸ ਦੇ ਹੈਵ ਐਨ ਇਸ਼ੂ ਅਸੀਂ ਉਹ ਵੀ ਦੇਖ ਲਵਾਂਗੇ ਜੀ। ਤਾਂ ਇਹ ਬੜਾ ਅਹਿਮ ਪੈਨਲ ਔਰ ਬੜੇ ਅਹਿਮ ਵਿਚਾਰ ਹੈਗੇ ਜਿਹੜੇ ਤੁਸੀਂ ਸੁਣੇ ਪ੍ਰਿੰਸੀਪਲ ਸੈਕਟਰੀ ਸਪੋਰਟਸ, ਡਾਇਰੈਕਟਰ ਸਪੋਰਟਸ ਤੇ VC ਸਪੋਰਟਸ ਯੂਨੀਵਰਸਿਟੀ ਦੇ। ਟਾਈਮ ਦੀ ਬਹੁਤ ਕਮੀ ਹੈ, ਇਸ ਕਰਕੇ ਇਸ ਪੈਨਲ ਨੂੰ ਵੀ ਅਸੀਂ ਇੱਥੇ ਹੀ ਰੋਕਾਂਗੇ।